ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪ੍ਰਨੂਰ ਸਿੰਘ ਗਰੇਵਾਲ, ਪ੍ਰਧਾਨ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਡਿਗਰੀ ਹੋਲਡਰਸ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਇੱਕ ਮੁੱਢਲੇ ਕੰਮ ਦੇ ਤੌਰ 'ਤੇ ਕੰਮ ਕਰ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ, ਪਿਛਲੇ ਕੁਝ ਦਿਨਾਂ ਵਿੱਚ ਉੱਥੇ ਮੁਹੱਲੀ ਖੇਤੀ ਭਵਨ ਵਿਖੇ ਇੱਕ ਰੋਸ ਚੱਲ ਰਿਹਾ ਸਾਡੇ ਅਧਿਕਾਰੀਆਂ ਵੱਲੋਂ। ਉਹਨਾਂ ਦੇ ਵਿੱਚ ਕੋਈ ਆਪਸੀ ਡਿਸਪਿਊਟ ਹੈਗੇ ਸੀਟਾਂ ਨੂੰ ਲੈ ਕੇ, ਉਹਦੇ ਵਿੱਚ ਉਹਨਾਂ ਦੇ ਵਿੱਚ ਕੋਈ ਪ੍ਰੋਬਲਮਸ ਖੜੀਆਂ ਹੋਈਆਂ ਨੇ, ਉਹਦੇ ਰਿਗਾਰਡਿੰਗ ਉਹਨਾਂ ਦੇ ਵਿੱਚ ਕਨਫਲਿਕਟ ਆਫ ਇੰਟਰਸਟ ਜਿਹਨੂੰ ਕਹਿ ਸਕਦੇ ਹੋ ਚੱਲ ਰਿਹਾ। ਪਰ ਉਹਦੇ ਵਿੱਚ ਕਈ ਵਾਰ ਸਾਡੇ ਬਾਰੇ ਬਹੁਤ ਕੁਝ ਬੋਲਿਆ ਗਿਆ, ਅਤੇ ਹੱਦ ਉਦੋਂ ਹੋਈ ਜਦੋਂ ਸਾਡੇ ਬਾਰੇ ਉਹਨਾਂ ਨੇ ਇੱਕ ਰਿਜੈਕਟਿਡ ਕਲਾਸ, ਸਾਨੂੰ ਇੱਕ ਰਿਜੈਕਟਿਡ ਕਲਾਸ ਬੋਲਿਆ ਗਿਆ। ਸਾਡੇ ਸਮੂਹ ਸਬ ਇੰਸਪੈਕਟਰਾਂ ਦੇ ਵਿੱਚ ਇਸ ਰਿਗਾਰਡਿੰਗ ਬਹੁਤ ਰੋਸ਼ ਹੈਗਾ। ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹੀ ਸੀਗਾ ਸਾਡੇ ਕੋਲੇ ਕਿ ਅਸੀਂ ਦੱਸ ਸਕੀਏ ਸਮੂਹ ਪੰਜਾਬ ਨੂੰ, ਖਾਸ ਕਰਕੇ ਉਹਨਾਂ ਅਧਿਕਾਰੀਆਂ ਨੂੰ, ਕਿ ਅਸੀਂ ਰਿਜੈਕਟਿਡ ਕਲਾਸ ਨਹੀਂ ਹੈਗੇ। ਅਸੀਂ ਉਹਨਾਂ ਦੇ ਬਰਾਬਰ ਮਾਨਤਾ ਰੱਖਦੇ ਹਾਂ, ਚਾਹੇ ਉਹ ਡਿਗਰੀ ਹੋਵੇ। ਈਵਨ ਕਿ ਸਾਡੇ ਵਿੱਚ ਕੋਈ ਇਹੋ ਜਿਹੇ ਹੈਗੇ ਨੇ ਸਬ ਇੰਸਪੈਕਟਰਸ ਜਿਹੜੇ ਕਿ BSc ਈਵਨ ਕਿ MSc ਵੀ ਰੱਖਦੇ ਨੇ, ਬਟ ਜੇ ਉਹ ਆਪਣੇ ਇੱਕ ਉੱਚੇ ਅਹੁਦੇ 'ਤੇ ਲੱਗ ਗਏ ਨੇ, ਉਹਨਾਂ ਦਾ ਜਿਹੜਾ ਵਿੱਚ ਹੰਕਾਰ ਹੈਗਾ, ਉਹ ਵਤੀਰਾ ਜਿਹੜਾ ਪੱਖਪਾਤ ਕੀਤਾ ਜਾਂਦਾ, ਉਹ ਬਹੁਤ ਗਲਤ ਹੈਗਾ। ਉਸ ਰਿਗਾਰਡਿੰਗ ਅਸੀਂ ਇੱਕ ਤੁਹਾਨੂੰ ਸਾਰਿਆਂ ਨੂੰ ਕੁਝ ਸਬੂਤ ਪੇਸ਼ ਕਰਨਾ ਚਾਹੁੰਦੇ ਹਾਂ, ਤਾਂ ਕਿ ਸਮੂਹ ਪੰਜਾਬ ਦੇ ਕਿਸਾਨ ਵੀਰਾਂ ਨੂੰ ਖਾਸ ਕਰਕੇ ਪਤਾ ਲੱਗ ਸਕੇ ਕਿ ਉਹਨਾਂ ਦੇ ਵੱਲ ਜਿਹੜੇ ਵੀ ਹੱਥ ਆਉਂਦੇ ਆ ਮਦਦ ਕਰਨ ਵਾਸਤੇ, ਉਹ ਕਿਹਦੇ ਹਨ। ਜੇਕਰ ਗੱਲ ਕੀਤੀ ਜਾਵੇ ADOs ਅਤੇ ASIs ਦੀ, ਉਸ ਸੈਕਸ਼ਨ ਨੂੰ ਜਿਵੇਂ ਆਪਣੇ ADOs ਤੋਂ ਲੈ ਕੇ ਜਿਹੜੀ ਵੀ ਉੱਚ ਅਧਿਕਾਰੀ ਹੈਗੇ ਨੇ, ਸਾਡੇ ਕੰਮ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਹੈਗਾ। ਕੁਛ ਪੋਸਟ ਦੇ ਹਿਸਾਬ ਨਾਲ ਡਿਊਟੀਜ਼ ਵੰਡੀਆਂ ਗਈਆਂ ਨੇ, ਪਰ ਜਦੋਂ ਸਾਨੂੰ ਦਿਖਾਇਆ ਜਾਂਦਾ ਹੈਗਾ, ਉੱਤੇ ਇਹ ਵਤੀਰਾ ਦਿਖਾਇਆ ਜਾਂਦਾ ਹੈਗਾ ਕਿ ਜਿਹੜਾ ਸਾਰਾ ਕੰਮ ਕਰ ਰਿਹਾ, ਉਹ ਸਾਰੇ ਦਾ ਸਾਰਾ ਕੰਮ ਸਿਰਫ ਇੱਕ ਜਮਾਤ ਕਰ ਰਹੀ ਹੈ ਉੱਪਰ ਬੈਠੀ। ਸਾਨੂੰ ਇਗਨੋਰ ਕੀਤਾ ਜਾਂਦਾ, ਪੂਰਾ ਇਗਨੋਰ ਕੀਤਾ ਜਾ ਰਿਹਾ ਸਾਨੂੰ। ਇਸ ਰਿਗਾਰਡਿੰਗ ਮੇਰੇ ਨਾਲ ਸਾਥੀ ਆਏ ਨੇ ਮਨਮਰਿੰਦਰ ਸਿੰਘ ਜੀ ਅਤੇ ਹਰਪ੍ਰੀਤ ਕੌਰ, ਆਪ ਜੀ ਨਾਲ ਚਾਨਣਾ ਪਾਉਣਗੇ ਅਤੇ ਆਪ ਜੀ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਂਦੇ ਆ, ਜੋ ਵੀ ਅਸੀਂ ਗੱਲ ਕਹਾਂਗੇ ਉਹਦਾ ਇੱਕ ਤੋਂ ਇੱਕ ਸਬੂਤ ਅਸੀਂ ਪੇਸ਼ ਕਰਾਂਗੇ। ਮੈਂ ਮਨਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਜੀ ਸਾਹਮਣੇ ਇਸ ਗੱਲ ਦਾ ਚਾਨਣਾ ਪਾਉਣਗੇ। ਮੇਰੇ ਵੱਲੋਂ ਸਾਰੇ ਸਾਥੀਆਂ ਨੂੰ ਜਿਹੜੇ ਵਿੱਚ ਪੱਤਰਕਾਰ ਭਾਈ ਆਏ ਆ, ਉਹਨਾਂ ਨੂੰ ਪ੍ਰਣਾਮ। ਜਿਵੇਂ ਕਿ ਤੁਹਾਨੂੰ ਮੇਰੇ ਸਾਥੀ ਨੇ ਦੱਸਿਆ ਹੈ ਕਿ ਮੁਹਾਲੀ ਪਿੱਛੇ ਜਿਹੜੀ ਕਈ ਦਿਨਾਂ ਤੋਂ ਉਹਨਾਂ ਦਾ ਰੋਸ ਧਰਨਾ ਚੱਲ ਰਿਹਾ, ਸਾਡੇ ਮਹਿਕਮੇ ਜਿਹੜੇ ਖੇਤੀਬਾੜੀ ਅਧਿਕਾਰੀ ਆ, ਅਤੇ ਉਹਨਾਂ ਵੱਲੋਂ ਜਿਹੜਾ ਰੋਸ ਧਰਨਾ ਚੱਲ ਰਿਹਾ ਹੈ। ਜਿਹੜਾ ਰੋਸ ਧਰਨਾ ਹੁੰਦਾ, ਹਰੇਕ ਬੰਦੇ ਦਾ ਇੱਕ ਅਧਿਕਾਰ ਹੁੰਦਾ, ਚਾਹੇ ਕੋਈ ਯੂਨੀਅਨ ਹੋਵੇ, ਚਾਹੇ ਕੁਛ ਵੀ ਹੋਵੇ, ਪਰ ਇੱਕ ਆਪਦੇ ਦਾਇਰੇ ਵਿੱਚ ਰਹਿ ਕੇ ਰੋਸ ਧਰਨਾ ਕਰਨਾ ਅਤੇ ਉਹਦੀ ਮਰਿਆਦਾ ਅਨੁਸਾਰ ਕਰਨਾ, ਉਹਦੇ ਮੁਤਾਬਕ ਹੀ ਉਹਨੂੰ ਰੱਖਣਾ ਚਾਹੀਦਾ ਹੈ। ਉੱਥੇ ਕੁਝ ਖੇਤੀਬਾੜੀ ਅਧਿਕਾਰੀਆਂ ਵੱਲੋਂ ਸਾਡੇ ਖਿਲਾਫ ਅਭੱਦਰ ਟਿੱਪਣੀਆਂ, ਰਿਜੈਕਟਡ ਵਰਡ, ਬਹੁਤ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਕਲਾਸ, ਜਾਂ ਇਦੋਂ ਵੀ ਇਹਨਾਂ ਨੂੰ ਖੇਤੀਬਾੜੀ 'ਚ ਜਿਵੇਂ ADO ਦਾ PPSC ਥਰੂ ਟੈਸਟ ਹੁੰਦਾ, ਇਹਨਾਂ ਨੂੰ ਸੀਟ ਨਹੀਂ ਮਿਲਦੀ, ਜਾਂ ਇਹ ਬੰਦੇ ਨਕਾਰੇ ਹੋਏ ਨੇ, ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ। ਉਸ ਦੇ ਜਵਾਬ ਵਿੱਚ ਅਸੀਂ ਉਹਨਾਂ ਨੂੰ ਕੋਈ ਸਫਾਈ ਨਹੀਂ ਦੇਣਾ ਚਾਹੁੰਦੇ, ਪਰ ਅਸੀਂ ਜਿਹੜੇ ਪੰਜਾਬ ਦੇ ਵਾਸੀਆਂ ਤੱਕ, ਜਿਨ੍ਹਾਂ ਤੱਕ ਵੀਡੀਓ ਪਹੁੰਚੀਆਂ ਜਾਂ ਪੰਜਾਬ ਸਰਕਾਰ ਆ, ਅਸੀਂ ਉਹਨਾਂ ਸਾਹਮਣੇ ਆਪਣਾ ਪੱਖ, ਆਪਣੀਆਂ ਡਿਊਟੀਆਂ ਇੱਕ ਅਸੀਂ ਢੰਗ ਤਰੀਕੇ ਨਾਲ ਰੱਖਣਾ ਚਾਹੁੰਦੇ ਹਾਂ। ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਕੋਈ ਵੀ ਗੱਲ ਹੋਈ ਅਸੀਂ ਹਵਾ 'ਚ ਗੱਲ ਪੇਸ਼ ਕਰਾਂਗੇ। ਤੁਹਾਡੇ ਸਾਹਮਣੇ ਜਿਹੜੇ ਵੀ ਇੱਥੇ ਡਾਕੂਮੈਂਟ ਥਰੂ ਅਸੀਂ ਗੱਲ ਕਰਾਂਗੇ, ਉਹਨਾਂ ਦਾ ਡਾਕੂਮੈਂਟ ਵਿੱਚ ਪ੍ਰੂਫ ਹੈ। ਇਹ ਪ੍ਰੂਫ ਵੀ ਗੌਰਮੈਂਟ ਦੀਆਂ ਲੈਟਰਾਂ ਨਾਲ ਆ। ਅਸੀਂ ਕੋਈ ਵੀ ਗੱਲ ਜਿਹੜੀ ਕਰਾਂਗੇ ਵਿਦ ਪ੍ਰੂਫ ਨਾਲ ਕਰਾਂਗੇ। ਅਤੇ ਮੈਂ ਤੁਹਾਨੂੰ ਸ਼ੁਰੂ ਕਰਦਾ, ਜਿਵੇਂ ਇੱਕ ਖੇਤੀਬਾੜੀ ਸਬ ਇੰਸਪੈਕਟਰ ਆ, ਜਿਹੜਾ ਕਿ ਖੇਤੀਬਾੜੀ ਮਹਿਕਮੇ ਦਾ ਇੱਕ ਮੁੱਢਲਾ ਕੰਮ ਹੁੰਦਾ। ਮੁੱਢਲੇ ਕੰਮ ਦਾ ਮਤਲਬ ਜਿਹੜੀ ਸਭ ਤੋਂ ਥੜੇ ਲੋਅਰ ਲੈਵਲ 'ਤੇ, ਬਲਾਕ ਅਤੇ ਸਰਕਲ ਲੈਵਲ 'ਤੇ ਜਿਹੜਾ ਕੰਮ ਕਰਨਾ, ਉਹ ਖੇਤੀਬਾੜੀ ਸਬ ਇੰਸਪੈਕਟਰ ਨੇ ਕਰਨਾ। ਸਾਡੇ ਮਹਿਕਮੇ ਵਿੱਚ ਜਿਹੜੇ ਖੇਤੀਬਾੜੀ ਸਬ ਇੰਸਪੈਕਟਰ ਆ, ਉਹ 'ਚ ਡਿਪਲੋਮਾ ਹੋਲਡਰ ਪਲੱਸ ਡਿਗਰੀ ਹੋਲਡਰ ਆਉਂਦੇ ਹਨ। ਜਿਵੇਂ ਕਿ 2016 ਵਿੱਚ ਸਾਡਾ ਟੈਸਟ ਹੋਇਆ ਸੀ, ਉਸ ਸਮੇਂ ਅਸੀਂ 100 ਦੇ 105 ਦੇ ਕਰੀਬ ਸਾਰੇ ਡਿਗਰੀ ਹੋਲਡਰ ਆਏ ਹਾਂ। ਅਤੇ ਅਸੀਂ ਸਭ ਤੋਂ ਪਹਿਲਾਂ, ਮੇਰੇ 2-3 ਪੱਖ ਆ, ਪਹਿਲਾਂ ਮੈਂ ਤੁਹਾਡੇ ਸਾਹਮਣੇ ਅਤੇ ਪੰਜਾਬ ਵਾਸੀਆਂ ਸਾਹਮਣੇ ਪਹਿਲਾਂ ਮੈਂ ਆਪਦੇ ਕੰਮ ਗਿਣਾਵਾਂਗਾ, ਆਪਣੀ ਜਥੇਬੰਦੀ ਦੇ ਜਾਂ ਖੇਤੀਬਾੜੀ ਜਿਹੜਾ ਇੰਸਪੈਕਟਰ ਕਾਡਰ ਆ, ਉਹਦੇ ਜਿਹੜੇ ਕੰਮ ਆ ਸਾਡੇ। ਅਤੇ ਉਸ ਤੋਂ ਬਾਅਦ ਸਾਡੇ ਜਿਹੜੇ ਇਹਨਾਂ ਨੇ ਐਲੀਗੇਸ਼ਨ ਲਗਾਏ ਆ, ਉਹਨਾਂ ਦਾ ਮੈਂ ਜਵਾਬ ਦੇਵਾਂਗਾ। ਅਤੇ ਅੰਤ ਵਿੱਚ ਸਾਡੀ ਜਿਹੜੀ ਕਲਾਸ ਦਾ ਬਜਟ ਆ, ਅਸੀਂ ਕਿੰਨੇ ਕੁ ਬਜਟ ਵਿੱਚ ਪੰਜਾਬ ਦੀਆਂ ਸੇਵਾ ਨਿਭਾ ਰਹੇ ਹਾਂ, ਉਹ ਮੈਂ ਪੇਸ਼ ਕਰਾਂਗਾ। ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਜਿਹੜੀ ਸਾਡੀ ਕਲਾਸ ਆ ਖੇਤੀਬਾੜੀ ਸਬ ਇੰਸਪੈਕਟਰ, ਇੱਕ ਕੰਮ ਆ, ਇੱਕ ਸਰਕਲ ਲੈਵਲ 'ਤੇ ਕੰਮ ਕਰਦਾ। ਜਿੰਨੇ ਵੀ ਖੇਤੀਬਾੜੀ ਵਿਕਾਸ ਅਫਸਰ ਦੀਆਂ ਡਿਊਟੀਆਂ ਹੁੰਦੀਆਂ, ਉਹਦੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ। ਈਵਨ ਜੇ ਖੇਤੀਬਾੜੀ ਵਿਕਾਸ ਅਫਸਰ ਨੂੰ ਪਿੰਡ ਲੋਟ ਆਉਂਦੇ ਨੇ, ਉਹਦੇ ਬਰਾਬਰ ਜਾਂ ਉਦੋਂ ਵੱਧ ਸਾਡੇ ਸਾਥੀ ਸਾਰੇ ਕੰਮ ਕਰਦੇ ਨੇ। ਉਹਨਾਂ ਦੀਆਂ ਬਕਾਇਦਾ ਨੋਟਿੰਗਾਂ ਅਤੇ ਚਿੱਠੀਆਂ ਇਸ ਵਿੱਚ ਦਰਜ ਹਨ, ਜੇ ਕਿਸੇ ਨੂੰ ਚਾਹੀਦੀਆਂ ਉਹ ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਜਿਵੇਂ ਕਰੋਪ ਕਟਿੰਗ ਦੇ ਐਕਸਪੈਰੀਮੈਂਟ ਹੁੰਦੇ ਨੇ, ਜਿਹਨੂੰ ਆਪਾਂ ਫਸਲੀ ਕਟਾਈ ਤਜਰਬੇ ਕਹਿੰਦੇ ਹਾਂ, ਇਹ ਸਾਰਿਆਂ ਨੂੰ ਬਰਾਬਰ ਲੋਟ ਹੁੰਦੀਆਂ ਹਨ। ਇਸ ਵਿੱਚ ਇੱਕ
ਆਪਣੇ ਪੰਜਾਬ ਗੌਰਮੈਂਟ ਦੀ ਚਿੱਠੀ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਫਸਲੀ ਕਟਾਈ ਤਜਰਬੇ ਹਨ ਉਹ ਸਿਰਫ ਖੇਤੀਬਾੜੀ ਵਿਕਾਸ ਅਫਸਰ ਜਾਂ ਖੇਤੀਬਾੜੀ ਵਿਸਥਾਰ ਅਫਸਰ ਗਰੁੱਪ ਏ ਦੇ ਅਧਿਕਾਰੀ ਕਰ ਸਕਦੇ ਹਨ। ਪਰ ਉਸ ਦੇ ਬਾਵਜੂਦ ਸਾਡੇ ਸਾਰੇ ਸਾਥੀ ਪੰਜਾਬ ਵਿੱਚ ਜਿਹੜੇ ਫਸਲੀ ਕਟਾਈ ਤਜਰਬੇ ਆ ਉਹਨਾਂ ਦੇ ਬਰਾਬਰ ਜਾਂ ਉਹਨਾਂ ਵਿੱਚੋਂ ਵੱਧ ਤੋਂ ਵੱਧ ਪਿੰਡਾਂ ਵਿੱਚ ਸਾਡੇ ਸਾਥੀ ਕੰਮ ਕਰਦੇ ਹਨ। ਉਸ ਤੋਂ ਬਾਅਦ ਜਿਵੇਂ ਅਸੀਂ ਮਿੱਟੀ ਦੇ ਸੈਂਪਲ ਲੈਂਦੇ ਹਾਂ, ਮਿੱਟੀ ਦੇ ਸੈਂਪਲਾਂ ਦਾ ਸਾਡਾ ਟਾਰਗੇਟ ਹੁੰਦਾ ਹੈ। ਟਾਰਗੇਟ ਵੀ ਜਿਹੜੇ ਸਾਡੇ ਸਾਥੀ ਆ ਉਹਨਾਂ ਦੇ ਬਰਾਬਰ ਸਾਨੂੰ ਪਿੰਡ ਵੰਡੇ ਜਾਂਦੇ ਆ, ਪਰ ਉਸ ਦੇ ਬਾਵਜੂਦ ਵੀ ਜਿਹੜੇ ਸਾਡੇ ਸਾਥੀ ਆ ਸਭ ਤੋਂ ਵੱਧ ਪਿੰਡਾਂ ਵਿੱਚ ਸਾਡੇ ਸਾਥੀਆਂ ਨੂੰ ਕੰਮ ਦਿੱਤੇ ਜਾਂਦੇ ਆ ਅਤੇ ਅਸੀਂ ਉਹ ਕੰਮ ਕਰਦੇ ਹਾਂ। ਇਸ ਤੋਂ ਬਾਅਦ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਹੁਣ ਸਿੱਧੀ ਬਿਜਾਈ ਦਾ ਕਾਫੀ ਮਸਲਾ ਸੀ ਪਿੱਛੇ, ਉਹਦੇ ਵਿੱਚ ਸਾਡੀ ਡਿਊਟੀਆਂ ਲੱਗੀਆਂ ਸੀ ਤੇ ਵੈਰੀਫਿਕੇਸ਼ਨ 'ਚ ਵੀ ਡਿਊਟੀਆਂ ਲੱਗੀਆਂ। ਵੈਰੀਫਿਕੇਸ਼ਨ ਅਫਸਰ ਉਹਨਾਂ ਦੇ ਨਾਲ ਨਾਲ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਪਿੰਡ ਅਲਾਟ ਹੋਏ ਅਤੇ ਉਹਨਾਂ ਤੋਂ ਵੱਧ ਵੀ ਪਿੰਡਾਂ ਵਿੱਚ ਜਾ ਕੇ ਸਾਡੇ ਸਾਥੀਆਂ ਨੇ ਖੇਤਾਂ ਵਿੱਚ ਜਾ ਕੇ ਕੰਮ ਕੀਤਾ ਤੇ ਉਹਨਾਂ ਦੀ ਲਿਸਟ ਵੀ ਇਸ ਪੱਤਰ ਵਿੱਚ ਨੱਥੀ ਹੈ। ਸਾਡੇ ਜਿਹੜੇ ਸਾਰੇ ਸਾਥੀ ਸੀ ਉਹਨਾਂ ਨੂੰ ਵੈਰੀਫਾਈਂਗ ਅਫਸਰ ਦੇ ਤੌਰ ਤੇ ਉਹਨਾਂ ਦੇ ਨਾਲ ਨਹੀਂ ਅੱਡ ਨਿਯੁਕਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ। ਉਸ ਤੋਂ ਇਲਾਵਾ CRM, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਖੇਤੀਬਾੜੀ ਸੰਦਾਂ ਉੱਤੇ ਸਬਸਿਡੀ ਪ੍ਰਾਪਤ ਕਰਨ ਲਈ ਇੱਕ ਮੁਹਿੰਮ ਆ ਜਿਹਦੇ ਵਿੱਚ CRM ਤਹਿਤ ਫੰਡ ਆਉਂਦਾ। ਅਸੀਂ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਹਾਂ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਵੈਰੀਫਿਕੇਸ਼ਨ ਆਈ ਆ ਜਾਂ ਭੌਤਿਕ ਪੜਤਾਲ ਕਹਿ ਲਈਏ, ਉਹ ਸਾਡੇ ਸਾਰੇ ਸਾਥੀਆਂ ਨੂੰ ਦਿੱਤੀ ਗਈ। ਇਹ ਕਹਿ ਕੇ ਨਹੀਂ ਦਿੱਤੀ ਗਈ ਵੀ ਤੁਸੀਂ ਸਾਰੇ ਸਾਥੀ ਵੀ ਉਹਨਾਂ ਨਾਲ ਕੰਮ ਕਰਾਓ ਜਾਂ ਉਹਨਾਂ ਦੇ ਇਲਾਵਾ। ਅਸੀਂ ਇਹ ਪੱਖ ਦੱਸਣਾ ਚਾਹੁੰਦੇ ਹਾਂ ਵੀ ਖੇਤੀਬਾੜੀ ਵਿਕਾਸ ਅਫਸਰਾਂ ਦੇ ਬਰਾਬਰ ਜਾਂ ਉਦੋਂ ਵੱਧ ਸਾਡੇ ਸਾਥੀਆਂ ਨੂੰ ਪਿੰਡ ਦਿੱਤੇ ਗਏ, ਉਦੋਂ ਵੱਧ ਅਸੀਂ ਮਸ਼ੀਨਾਂ ਕਵਰ ਕੀਤੀਆਂ ਗਈਆਂ। ਜਿਵੇਂ ਕਈ ਸਾਥੀਆਂ ਨੂੰ ਸਾਡਿਆਂ ਨੂੰ ਇੰਚਾਰਜ ਦੇ ਤੌਰ ਤੇ ਸਾਡੇ ਖੇਤੀਬਾੜੀ ਸਬ ਇੰਸਪੈਕਟਰ ਸਾਥੀ ਨੂੰ ਲਾਇਆ ਗਿਆ ਅਤੇ ਮੈਂਬਰ ਦੇ ਤੌਰ ਤੇ ਖੇਤੀਬਾੜੀ ਵਿਕਾਸ ਅਫਸਰ ਨੂੰ ਲਾਇਆ ਗਿਆ। ਉਸ ਦੇ ਵਿੱਚ ਇਸ ਵਿੱਚ ਪੰਨਾ ਨੰਬਰ 32 ਦੇ ਚਿੱਠੀ ਦਰਜ ਹੈ ਜਿਸ ਸਾਥੀ ਨੂੰ ਇੰਚਾਰਜ ਲਾਇਆ ਗਿਆ। ਤੇ ਇਸ ਗੱਲ ਤੋਂ ਕੀ ਤੁਕ ਬਣਦੀ ਹੈ ਕਿ ਸਾਡੇ ਸਾਥੀ ਜਿਹੜੇ ਘੱਟ ਕਾਬਲੀਅਤ ਰੱਖਦੇ ਹਨ ਉਹ ਘੱਟ ਪੜ੍ਹੇ ਲਿਖੇ ਹਨ। ਉਸ ਤੋਂ ਬਾਅਦ ਜਿਵੇਂ ਕਿ ਸਾਡੀ ਜਿਹੜੀ ਖੇਤੀਬਾੜੀ ਸਬ ਇੰਸਪੈਕਟਰ ਆ ਉਹ ਸਾਰਾ ਕੰਮ ਸੇਮ ਕਰਦਾ। ਜਿਵੇਂ ਇਹ ਕਹਿੰਦੇ ਵੀ ਕੁਆਲਿਟੀ ਕੰਟਰੋਲ ਦਾ ਕੰਮ ਆ ਜਿਹੜਾ ਸਾਡਾ ਵੱਖਰਾ, ਹੁਣ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ। ਕੁਆਲਿਟੀ ਕੰਟਰੋਲ 'ਚ ਜਿਹੜਾ ਸਾਡਾ ਕੰਮ ਮਹਿਕਮੇ ਨੂੰ ਕਹਿੰਦੇ ਵੀ ਕੰਮ ਨਹੀਂ ਕਰ ਸਕਦੇ, ਉਹਦੇ ਵਿੱਚ ਜਿਵੇਂ 5 ਤਰ੍ਹਾਂ ਦੀ ਡਿਊਟੀ ਆਉਂਦੀ ਹੈ। ਫਲਾਈਂਗ ਸਕੁਐਡ ਦੀ ਟੀਮ ਬਣਦੀ ਹੈ, ਉਹ 'ਚ ਸਾਡੇ ਸਾਥੀ ਮੈਂਬਰ ਨਿਯੁਕਤ ਕੀਤੇ ਜਾਂਦੇ ਆ। ਉਸ ਵਿੱਚ ਜਿਹੜੀ ਡੀਲਰ ਦੀ ਚੈਕਿੰਗ ਆ ਬਕਾਇਦਾ ਸਾਡੇ ਨਾਂ 'ਤੇ ਚਿੱਠੀਆਂ ਕੱਢੀਆਂ ਜਾਂਦੀਆਂ। ਉਸ ਤੋਂ ਬਾਅਦ ਜਿਹੜੀ ਸਟਾਕ ਰਿਪੋਰਟ, ਚਾਹੇ ਪੈਸਟੀਸਾਈਡ ਡੀਲਰ ਆ, ਚਾਹੇ ਫਰਟੀਲਾਈਜ਼ਰ ਡੀਲਰ ਆ, ਚਾਹੇ ਹੋਰ ਕੋਈ ਕੰਮਕਾਰ ਆ ਕੀਟ ਸੰਬੰਧੀ, ਉਹ ਸਾਡੇ ਸਾਥੀ ਸਾਰੇ ਰਿਪੋਰਟਾਂ ਲੈਂਦੇ ਹਨ, ਉਹਨਾਂ ਦੀ ਚਿੱਠੀਆਂ ਵਿੱਚ ਪੱਤਰ ਵਿੱਚ ਦਰਜ ਹਨ। ਉਸ ਤੋਂ ਇਲਾਵਾ ਜਿਹੜੀ ਟੌਪ 20 ਬਾਇਰ ਯੂਰੀਅਰ ਦੀ ਲਿਸਟ ਹੁੰਦੀ ਹੈ ਕਿਸਾਨਾਂ ਵੱਲੋਂ ਦਿੱਤੀ ਜਾਂਦੀ ਹੈ, ਉਹਨਾਂ ਵਿੱਚ ਸਾਡੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕਹਿਣ ਦਾ ਭਾਵ ਜਿਹੜੇ ਇਹ 5 ਕੰਮ ਗਿਣਾਏ ਕੁਆਲਿਟੀ ਕੰਟਰੋਲ 'ਚ ਆਉਂਦੇ ਹਨ, ਪਰ ਸਾਡਾ ਇਹ ਡਿਊਟੀ ਚਾਰਟ ਵਿੱਚ ਇਹ ਕੰਮ ਮੈਂਸ਼ਨ ਨਹੀਂ ਕੀਤਾ ਗਿਆ। ਕੁਝ ਖੇਤੀਬਾੜੀ ਵਿਕਾਸ ਅਫਸਰਾਂ ਵੱਲੋਂ ਸਾਡੇ 'ਤੇ ਇਲਜ਼ਾਮ ਲਾਏ ਜਾਂਦੇ ਹਨ ਵੀ ਇਹ ਕੁਆਲਿਟੀ ਕੰਟਰੋਲ ਦਾ ਕੰਮ ਨਹੀਂ ਕਰ ਸਕਦੇ ਹਨ, ਪਰ ਮੈਂ ਉਹਨਾਂ ਸਾਥੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ICR ਦੀ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਵੀ ਸਾਡੇ ਵਿੱਚੋਂ BSc ਐਗਰੀਕਲਚਰ ਪੜ੍ਹਿਆ ਲਿਖਿਆ ਹੈ ਉਸ ਨੂੰ ਸਰਕਾਰ ਆਪਦੀ ਸਹੂਲਤ ਦੇ ਮੁਤਾਬਕ ਐਗਰੀਕਲਚਰ ਇੰਸਪੈਕਟਰ ਮੀਨਜ਼ ਕੁਆਲਿਟੀ ਕੰਟਰੋਲ ਦਾ ਇੰਸਪੈਕਟਰ ਨਿਯੁਕਤ ਕਰ ਸਕਦੀ ਹੈ। ਸੋ ਉਹਨਾਂ ਵੱਲੋਂ ਇਹ ਬੇਬੁਨਿਆਦ ਦਾਅਵੇ ਕਰਨੇ ਕਿ ਸਾਡੇ ਕੋਲੇ ਹੀ ਅਸੀਂ ਕੰਮ ਕਰ ਸਕਦੇ ਹਾਂ। ਅਸੀਂ ਇਹ ਕਹਿੰਦੇ ਹਾਂ ਜੇ ਪੰਜਾਬ ਸਰਕਾਰ ਕੱਲ੍ਹ ਨੂੰ ਵੀ ਕੁਆਲਿਟੀ ਕੰਟਰੋਲ ਕਰਨੀ ਆਪਣੀਆਂ ਟੀਮਾਂ ਵਧਾਉਣਾ ਚਾਹੁੰਦੀ ਹੈ, ਸਾਡੇ ਪਾਸ ਜਿਹੜੇ BSc ਐਗਰੀਕਲਚਰ ਜਿਹੜੇ ਸਾਡੇ ਸਾਥੀ ਹਨ, ਚਾਹੇ ਉਹ ਕਿਸੇ ਵੀ ਕੇਡਰ ਦੇ ਹਨ, ਜਿਹੜੇ ਖੇਤੀਬਾੜੀ ਮਹਿਕਮੇ 'ਚ ਕੰਮ ਕਰਦੇ ਹਨ, ਉਹਨਾਂ ਨੂੰ ਸਰਕਾਰ ਨੋਟੀਫਾਈ ਕਰਕੇ ਕੁਆਲਿਟੀ ਕੰਟਰੋਲ ਦਾ ਕੰਮ ਦੇ ਸਕਦੀ ਹੈ। ਇਸ ਨਾਲ ਸਰਕਾਰ ਉੱਤੇ ਕੋਈ ਵੀ ਵਿੱਤੀ ਬੋਝ ਨਹੀਂ ਪਵੇਗਾ। ਸੋ ਇਸ ਤੋਂ ਤੇ ਇਹਨਾਂ ਨੇ ਡਿਗਰੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਚੰਗੇ ਸੰਸਥਾਵਾਂ ਤੋਂ ਕੀਤੀਆਂ। ਜਿਹੜੇ ਖੇਤੀਬਾੜੀ ਵਿਕਾਸ ਅਫਸਰ ਕਹਿੰਦੇ ਹਨ ਕਿ ਇਹ ਬੱਚੇ ਘੱਟ ਪੜ੍ਹੇ ਲਿਖੇ ਹਨ ਜਾਂ ਇਹਨਾਂ ਕੋਲੇ ਤਕਨੀਕੀ ਜਾਣਕਾਰੀ ਨਹੀਂ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅਸੀਂ 10 ਸਾਲ ਖੇਤੀਬਾੜੀ ਯੂਨੀਵਰਸਿਟੀ 'ਚ ਲਾਏ, ਸਾਡੇ ਪ੍ਰੋਫੈਸਰ ਵੀ ਸੇਮ ਸੀ, ਸਾਡੇ ਡੀਨ ਸਾਹਿਬ ਸੇਮ, ਵਾਈਸ ਚਾਂਸਲਰ ਇੱਕੋ ਯੂਨੀਵਰਸਿਟੀ ਦਾ ਹੋ ਕੇ ਇੱਕ ਸਿਰਫ PPSC ਟੈਸਟ ਦੇ ਜ਼ਰੀਏ ਕੀ 2 ਘੰਟੇ ਦਾ ਟੈਸਟ ਇਹ ਤੈਅ ਕਰ ਸਕਦਾ ਹੈ ਕਿ ਤੁਹਾਡੀ 6 ਸਾਲਾਂ ਦੀ ਡਿਗਰੀ ਨੂੰ ਤੁਸੀਂ ਟੈਕਨੀਕਲ ਜਾਂ ਨਾਨ ਟੈਕਨੀਕਲ ਕਿਵੇਂ ਕਹਿ ਸਕਦੇ ਹੋ, ਜਦ ਕਿ ਸਾਡੀਆਂ ਡਿਗਰੀਆਂ ਹੀ ਸੇਮ ਆ। ਫਿਰ ਉਸ ਤੋਂ ਬਾਅਦ ਇਹਨਾਂ ਵੱਲੋਂ ਕੁਝ ਕੁ ਆਬਜੈਕਸ਼ਨ ਜਾਂ ਸਵਾਲ ਲਗਾਏ ਗਏ ਹਨ, ਉਹਨਾਂ ਦਾ ਮੈਂ ਤੁਹਾਨੂੰ ਥੋੜ੍ਹੇ ਸ਼ਬਦਾਂ ਵਿੱਚ ਵਰਣਨ ਕਰਦਾ ਹਾਂ। ਜਿਵੇਂ ਕਿ ਸਭ ਤੋਂ ਵੱਧ ਸਾਡੀ ਕਲਾਸ ਕੁਛ ਜਿਵੇਂ ਮਨਮਿੰਦਰ ਜੀ ਨੇ ਦੱਸਿਆ ਹੈ ਕਿ ਵਿਭਾਗ ਵਿੱਚ ਜਿਹੜੀਆਂ ਡਿਊਟੀਜ਼ ਐਜ਼ ਅਸਿਸਟੈਂਟ ਤਾਂ ਕਰਨੀਆਂ ਹੁੰਦੀਆਂ ਸਬ ਇੰਸਪੈਕਟਰ ਨੇ, ਪਰ ਪੈਰਲਲ ਡਿਊਟੀਜ਼ ਦੀ ਗੱਲ ਕੀਤੀ ਜਾਂਦੀ ਆ। ਉੱਥੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵੀ ਜੋ ਡਿਊਟੀਜ਼ ਲਾਈਆਂ ਜਾਂਦੀਆਂ, ਜਿਵੇਂ ਇਲੈਕਸ਼ਨ ਡਿਊਟੀਜ਼ ਆ ਗਈਆਂ, ਉੱਥੇ ਖੇਤੀਬਾੜੀ ਸਬ ਇੰਸਪੈਕਟਰਾਂ ਨੇ ਐਜ਼ ਰਿਟਰਨਿੰਗ ਆਫਿਸਰ, ਐਜ਼ ਅਸਿਸਟੈਂਟ ਰਿਟਰਨਿੰਗ ਆਫਿਸਰ, ਮਾਸਟਰ ਟ੍ਰੇਨਰ, ਜਿਹਨੇ ਕਿ ਕਲਾਸ 1 ਆਫਿਸਰਸ ਨੂੰ ਟ੍ਰੇਨਿੰਗ ਦੇਣੀ ਹੁੰਦੀ ਹੈ ਇਲੈਕਸ਼ਨ ਦੇ ਟਾਈਮ। ਪ੍ਰੀਜ਼ਾਈਡਿੰਗ ਆਫਿਸਰ ਦੀਆਂ ਤਾਂ ਕਾਫੀ ਸਾਰੀਆਂ ਉਦਾਹਰਨਾਂ ਜੋ ਪੰਜਾਬ ਦੇ ਵਿੱਚ ਖੇਤੀਬਾੜੀ ਸਬ ਇੰਸਪੈਕਟਰ ਹੈ ਜਿਹੜੇ ਬਾਖੂਬੀ ਨਾਲ ਨਿਭਾ ਰਹੇ ਆ। ਉਸ ਤੋਂ ਬਾਅਦ ਜਦੋਂ ਐਡਮਿਨਿਸਟ੍ਰੇਸ਼ਨ ਇੰਨਾ ਭਰੋਸਾ ਕਰ ਰਿਹਾ ਖੇਤੀਬਾੜੀ ਸਬ ਇੰਸਪੈਕਟਰਾਂ 'ਤੇ ਕਿ ਉਹ ਹੋਰ ਡਿਪਾਰਟਮੈਂਟਸ ਦੇ ਅਫਸਰਾਂ ਨਾਲ ਜਾਂ ਖੇਤੀਬਾੜੀ ਵਿਭਾਗ ਦੇ ਅਫਸਰਾਂ ਨਾਲ ਪੈਰਲਲ ਡਿਊਟੀਆਂ ਲਾ ਰਹੀਆਂ, ਤਾਂ ਸਾਡੇ ਨਾਲ ਕੰਮ ਕਰਨ ਵਾਲੇ ਬੈਠ ਕੇ ਸਾਡੇ ਨਾਲ ਦਫ਼ਤਰ 'ਚ ਚਾਹ ਪੀਣ ਵਾਲੇ ਕਹਿ ਰਹੇ ਆ
ਕਿ ਇਹ ਘੱਟ ਕੈਪੇਬਿਲਿਟੀ ਰੱਖਦੇ ਆ, ਇਹ ਘੱਟ ਪੜ੍ਹੇ ਲਿਖੇ ਆ, ਜਾਂ ਕੁਝ ਵੀ ਇਸ ਤਰ੍ਹਾਂ ਦੇ ਹਵਾ 'ਚ ਤੀਰ ਚਲਾਏ ਜਾ ਰਹੇ ਆ ਤਾਂ ਕਿਸ ਬੇਸ 'ਤੇ ਚਲਾਏ ਜਾ ਰਹੇ ਆ, ਜਾਂ ਇਹ ਕਿਹੜੀ ਬੁਲੰਦੀ ਨੂੰ ਛੂਹਣਾ ਚਾਹ ਰਹੇ ਆ। ਕਿ ਸੇਮ ਡਿਪਾਰਟਮੈਂਟ ਦੇ ਵਿੱਚ ਅੱਜ ਤੱਕ ਕਦੇ ਉਦਾਹਰਨ ਨਹੀਂ ਮਿਲਦੀ ਕਿ ਜਿੱਥੇ ਇੱਕ ਡਿਪਾਰਟਮੈਂਟ ਦੇ ਕੈਡਰ ਇੱਕ ਦੂਜੇ ਨੂੰ ਦਬਾ ਰਹੇ ਹੋਣ। ਇਹ ਬਹੁਤ ਡਿਪਾਰਟਮੈਂਟ ਵਾਸਤੇ ਆ ਜਿਹੜੀ ਇੱਜ਼ਤ ਤੇ ਜਿਹੜਾ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ। ਉਸ ਤੋਂ ਬਾਅਦ ਹੈ ਜਿਹੜਾ ਇਸ ਦੇ ਨਾਲ ਸਟਬਲ ਬਰਨਿੰਗ ਦੀ ਮੈਂ ਗੱਲ ਕਰਨੀ ਚਾਹੂੰਗੀ ਕਿ ਸਟਬਲ ਬਰਨਿੰਗ ਦੇ ਵਿੱਚ ਜਿੱਥੇ ਸਬ ਇੰਸਪੈਕਟਰ ਨੋਡਲ ਅਫਸਰ ਦੀ ਡਿਊਟੀ ਕਰਦੇ ਆ, ਉੱਥੇ ਸਟਬਲ ਬਰਨਿੰਗ ਦੇ ਵਿੱਚ ਜੋ ਤਹਿਸੀਲਦਾਰ ਜਾਂ BDPOs ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਚਲਾਨ ਪੇਸ਼ ਕਰਨ ਦੇ ਵਿੱਚ, ਉੱਥੇ ਪੈਰਲਲ ਡਿਊਟੀ ਸਬ ਇੰਸਪੈਕਟਰ ਕਰ ਰਹੇ ਆ, ਜਿਹਦੇ ਕਿ ਸਾਡੇ ਕੋਲ ਸਬੂਤ ਹੈ। ਠੀਕ ਹੈ ਜੀ। ਉੱਥੇ ਖੇਤੀਬਾੜੀ ਅਧਿਕਾਰੀ ਕੀ ਕਰਦੇ ਆ ਕਿ ਜਦੋਂ ਉਹਨਾਂ ਦੀ ਐਜ਼ ਨੋਡਲ ਅਫਸਰ ਪਿੰਡਾਂ ਦੇ ਵਿੱਚ ਜਿਹੜੇ ਅੱਗ ਨੂੰ ਰੋਕਣ ਲਈ ਡਿਊਟੀਆਂ ਲਾਈਆਂ ਜਾਂਦੀਆਂ ਜਾਂ ਸਪੌਟ ਚੈੱਕ ਕਰਨ ਵਾਸਤੇ ਲਾਈਆਂ ਜਾਂਦੀਆਂ, ਤਾਂ ਡਾਇਰੈਕਟ ਚੀਫ ਲੈਵਲ 'ਤੇ ਜਾਂ DC ਲੈਵਲ 'ਤੇ ਮਿਲ ਕੇ ਡਿਊਟੀਆਂ ਕਟਵਾ ਲਈਆਂ ਜਾਂਦੀਆਂ ਕਿ ਸਾਡਾ ਖੇਤਾਂ ਦੇ ਵਿੱਚ ਜਾਂ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਰੋਜ਼ ਦਾ ਰਾਬਤਾ ਆ। ਜੇ ਅਸੀਂ ਉਹਨਾਂ ਦੇ ਲਈ ਇੱਦਾਂ ਉਹਨਾਂ ਦੇ ਸਪੌਟ ਚੈੱਕ ਕਰਾਂਗੇ ਤਾਂ ਸਾਡਾ ਉਹਨਾਂ ਨਾਲ ਕਨਫਲਿਕਟ ਹੋਊਗਾ। ਤਾਂ ਉੱਥੇ ਕੀ ਹੁੰਦਾ ਆ, ਖੇਤੀਬਾੜੀ ਸਬ ਇੰਸਪੈਕਟਰ ਸਪੌਟ ਵੀ ਚੈੱਕ ਕਰਦੇ ਆ ਅਤੇ ਪਿੰਡਾਂ 'ਚ ਜਾ ਕੇ ਕੈਂਪ ਵੀ ਲਾਉਂਦੇ ਆ ਅਤੇ ਤਕਨੀਕੀ ਜਾਣਕਾਰੀ ਵੀ ਦਿੰਦੇ ਆ, ਕਿਉਂਕਿ ਡਿਗਰੀ ਹੋਲਡਰ ਨੇ, ਉਹਨਾਂ ਨੂੰ ਪਤਾ ਆ ਕਿ ਚਿੱਟੀ ਮੱਖੀ ਲਈ ਕੀ ਕਰਨਾ ਹੈ ਅਤੇ ਕਿਹੜੀ ਸਪਰੇਅ ਤੁਸੀਂ ਤੇਲੇ ਵਾਸਤੇ ਦੱਸਣੀ ਆ। ਜਦੋਂ ਉਹ ਦੋਨੇ ਡਿਊਟੀਜ਼ ਕਰ ਰਹੇ ਆ ਤਾਂ ਉਧਰ ਅਧਿਕਾਰੀ ਆ ਜਿਹੜੇ ਡਿਊਟੀਆਂ ਕਟਵਾ ਰਹੇ ਆ, ਅਤੇ ਇੱਥੋਂ ਸਾਬਿਤ ਨਹੀਂ ਹੁੰਦਾ ਕਿ ਖੇਤੀਬਾੜੀ ਸਬ ਇੰਸਪੈਕਟਰ ਹੈ ਜਿਹੜੇ ਆਲ ਰਾਊਂਡਰ ਮੁਲਾਜ਼ਮ ਹਨ ਅਤੇ ਆਪਣੀਆਂ ਡਿਊਟੀਆਂ ਆਲ ਰਾਊਂਡਸ 'ਤੇ ਦੇ ਰਹੇ ਆ। ਉਸ ਤੋਂ ਬਾਅਦ ਗੱਲ ਕਰਾਂਗੇ ਕਿ ਇਸ ਟਾਈਮ ਜਿਹੜਾ ਪ੍ਰੋਟੈਸਟ ਚੱਲ ਰਿਹਾ ਖੇਤੀਬਾੜੀ ਅਧਿਕਾਰੀਆਂ ਦਾ, ਉਹਦੇ ਵਿੱਚ ਜੋ ਅਸੀਂ ਮੁਲਾਜ਼ਮ ਹੈ ਜਾਂ ਜਿਹੜੇ ਹੋਰ ਮਹਿਕਮੇ ਦੇ ਨਾਲ ਮਿਲ ਕੇ ਵਿੰਗ ਕੰਮ ਕਰ ਰਹੇ ਆ, ਉਹ ਸਭ ਆਪਣੀਆਂ ਐਕਟੀਵਿਟੀਜ਼ ਕਰ ਰਹੇ ਆ, ਜਿੱਥੇ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਆ ਉਹ ਪਰਫਾਰਮ ਕਰ ਰਹੇ ਆ। ਪਰ ਅਧਿਕਾਰੀਆਂ ਦੇ ਦੁਆਰਾ ਸਾਡੀਆਂ ਉਹ ਐਕਟੀਵਿਟੀਜ਼ ਸ਼ੋਅ ਨਹੀਂ ਕੀਤੀਆਂ ਜਾ ਰਹੀਆਂ, ਕਿਉਂਕਿ ਉੱਥੇ ਉਹ ਬਿਆਨ ਦੇ ਰਹੇ ਆ ਕਿ ਸਾਡੇ ਬਿਨਾਂ ਮਹਿਕਮੇ ਦਾ ਕੰਮ ਨਹੀਂ ਚੱਲ ਸਕਦਾ, ਅਸੀਂ ਕਿਸੇ ਨੂੰ ਤਕਨੀਕੀ ਜਾਣਕਾਰੀ ਦੇ ਸਕਦੇ ਹਾਂ, ਦੂਜਾ ਕੋਈ ਨਹੀਂ ਦੇ ਸਕਦਾ ਆ। ਬਾਕੀ ਉਹ ਜਿਹੜੇ ਘੱਟ ਪੜ੍ਹੇ ਲਿਖੇ ਆ ਜਾਂ ਬਿਨਾਂ ਪੇਪਰ ਤੋਂ ਆਏ ਆ, ਪਰ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ। CRM ਦੇ ਲੈਟਰ ਆ ਜਿਹੜੇ ਬਕਾਇਦਾ ਆਏ ਆ ਕਿ ਗਰੁੱਪ A ਆਫੀਸਰਸ ਨੇ ਵੈਰੀਫਿਕੇਸ਼ਨ ਕਰਨੀ ਹੈ, ਜਿਹਦੇ ਵਿੱਚ ਤੁਸੀਂ ਸੁਣਿਆ ਹੀ ਹੋਊਗਾ ਕਿ 1198 ਕਰੋੜ ਦਾ ਘਪਲਾ ਸੈਂਟਰ ਸਰਕਾਰ ਦੱਸ ਰਹੀ ਆ। ਉਹਦੇ ਵਿੱਚ ਹੈ ਜਿਹੜੀ ਉਹਦੀ ਵੈਰੀਫਿਕੇਸ਼ਨ ਆ ਉਹ ਇਕੱਲੇ ਸਬ ਇੰਸਪੈਕਟਰ ਜਾ ਕੇ ਕਰ ਰਹੇ ਆ, ਭਾਵੇਂ ਉੱਥੇ ਡਿਊਟੀ ਗਰੁੱਪ A ਆਫੀਸਰਸ ਦੀ ਲੱਗੀ ਹੋਈ ਆ। ਅਤੇ ਫਿਰ ਉਹ ਆਪਦੇ ਉੱਥੇ ਬਿਆਨ ਜਿਹੜੇ ਦੇ ਰਹੇ ਆ, ਝੂਠੇ ਦੇ ਰਹੇ ਆ, ਉਹਨਾਂ ਨੂੰ ਸੱਚ ਸਾਬਿਤ ਕਰਨ ਵਾਸਤੇ ਇੱਥੋਂ ਅਧਿਕਾਰੀ ਆ ਸਾਡੀਆਂ ਐਕਟੀਵਿਟੀਜ਼ ਹੀ ਨਹੀਂ ਸ਼ੋਅ ਕਰ ਰਹੇ। ਅਸੀਂ ਪੈਟਰੋਲ ਫੂਕ ਕੇ ਡੇਲੀ ਦਾ ਹਜ਼ਾਰ ਦਾ ਪੈਟਰੋਲ ਫੂਕ ਕੇ ਪਿੰਡਾਂ ਦੇ ਵਿੱਚ ਜਾ ਰਹੇ ਆ, ਵੈਰੀਫਿਕੇਸ਼ਨਸ ਕਰ ਰਹੇ ਆ, ਜੋ ਵੀ ਖੇਤਾਂ ਦੇ ਵਿੱਚ ਜਾਂ ਕਿਸਾਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਉਹਦਾ ਹੱਲ ਕਰ ਰਹੇ ਆ, ਪਰ ਉਹ ਇੱਥੇ ਹੀ ਦੱਬੀਆਂ ਰਹਿ ਜਾਂਦੀਆਂ। ਉੱਤੇ ਕਹਿ ਦਿੱਤਾ ਜਾਂਦਾ ਕਿ ਕੰਮ ਹੋ ਹੀ ਨਹੀਂ ਰਿਹਾ ਕਿਉਂਕਿ ਅਧਿਕਾਰੀ ਆ ਜਿਹੜੇ ਪ੍ਰੋਟੈਸਟ 'ਤੇ ਬੈਠੇ ਹੋਏ ਆ। ਇਹ ਗੱਲਾਂ ਨਹੀਂ ਬਣਦੀਆਂ ਕਿ ਆਪਦੀ ਕਾਬਲੀਅਤ ਨੂੰ ਵਧਾ ਕੇ ਦੱਸਣਾ ਜਿੰਨੀ ਹੈਗੀ ਆ, ਅਤੇ ਨਾਲ ਕੰਮ ਕਰਨ ਵਾਲਿਆਂ ਦੀ ਕਾਬਲੀਅਤ ਜਿੰਨੀ ਹੈਗੀ ਉਹਨੂੰ ਘਟਾ ਕੇ ਦੱਸਣਾ। ਇਹ ਬੰਦਿਆਂ ਦੀਆਂ ਗੱਲਾਂ ਨਹੀਂ ਹੁੰਦੀਆਂ ਅਤੇ ਅਫਸਰਾਂ ਵਾਲੀਆਂ ਤਾਂ ਬਿਲਕੁਲ ਹੀ ਨਹੀਂ ਹੁੰਦੀਆਂ। ਉਸ ਤੋਂ ਬਾਅਦ ਮੈਂ ਗੱਲ ਕਰਨਾ ਚਾਹੂੰਗੀ ਕਿ ਜਿੰਨਾ ਫੋਕਲ ਪੁਆਇੰਟਸ ਦੇ ਉੱਤੇ ਅਧਿਕਾਰੀ ਨਹੀਂ ਲੱਗੇ ਹੋਏ, ਇਕੱਲੇ ਸਬ ਇੰਸਪੈਕਟਰ ਹੈ, ਉੱਥੋਂ ਜਿੰਨੀ ਵੀ ਰਿਪੋਰਟਿੰਗ ਸਰਕਲ ਦੀ ਹੁੰਦੀ ਹੈ, ਜੋ ਉਹਦੇ ਨਾਲ ਜੇ ਕੋਈ ਸਰਕਲ ਚੱਲ ਰਿਹਾ ਉੱਥੇ ਅਧਿਕਾਰੀ ਕਰ ਰਿਹਾ ਤਾਂ ਉਧਰ ਨਾਲ ਵਾਲੇ ਸਰਕਲ 'ਤੇ ਜੇ ਅਧਿਕਾਰੀ ਨਹੀਂ ਹੈ ਤਾਂ ਉੱਥੇ ਸਿਰਫ ਸਬ ਇੰਸਪੈਕਟਰ ਸਾਰੇ ਤਰ੍ਹਾਂ ਦੇ ਕੰਮ ਕਰ ਰਿਹਾ, ਚਾਹੇ ਉਹ ਤਕਨੀਕੀ ਉਹਨਾਂ ਨੂੰ ਅਸਿਸਟੈਂਟ ਦੇਣੀ ਹੋਵੇ ਫਾਰਮਰਸ ਨੂੰ ਜਾਂ ਜੋ ਵੀ ਕੰਮ ਹੋਵੇ। ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਕੈਪੇਬਿਲਿਟੀ ਘੱਟ ਹੈ ਜਾਂ ਘੱਟ ਪੜ੍ਹੇ ਲਿਖੇ ਆ। ਉਸ ਤੋਂ ਬਾਅਦ ਗੱਲ ਕਰਦੀ ਹਾਂ ਮੈਂ ਸਾਡੇ ਅਲੱਗ-ਅਲੱਗ ਜ਼ਰੀਏ ਹੁੰਦੇ ਆ ਜਿਨ੍ਹਾਂ ਦੇ ਥਰੂ ਕਿਸਾਨਾਂ ਨੂੰ ਅਵੇਅਰ ਕਰਨਾ ਹੁੰਦਾ ਆ। ਉਹਦੇ ਵਿੱਚ ਇੱਕ ਆ ਜਾਂਦਾ ਰੇਡੀਓ ਟਾਕ ਦਾ, ਜਿਹਦੇ ਵਿੱਚ ਸਬ ਇੰਸਪੈਕਟਰਸ ਜਿਹੜੇ ਪੈਰਲਲ ਅਵੇਅਰਨੈਸ ਹੈ ਕਿਸਾਨਾਂ ਨੂੰ ਅਵੇਅਰ ਕਰਦੇ ਆ। ਅਤੇ ਇੱਥੇ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੂੰਗੀ ਕਿ ਆਫਿਸਰਸ ਆਫ ਐਗਰੀਕਲਚਰ ਡਿਪਾਰਟਮੈਂਟ ਯੂਜ਼ ਹੈਂਡਕਫਸ ਟੂ ਡਿਪਰਾਈਵ ਦਾ ਸਬ ਇੰਸਪੈਕਟਰ ਫਰੋਮ ਦਿਸ ਸਰਵਿਸ because these officers of agriculture department was only maintain their own dominance। ਜਿੱਥੇ ਇਹੋ ਜਿਹਾ ਪ੍ਰੋਗਰਾਮ ਹੈ ਜਿੱਥੇ ਪ੍ਰੋਗਰੈਸਿਵ ਫਾਰਮਰ ਵੀ ਜਾ ਕੇ ਗੱਲਬਾਤ ਕਰ ਸਕਦੇ ਆ, ਆਪਦੇ ਤਜਰਬੇ ਸਾਂਝੇ ਕਰ ਸਕਦੇ ਆ, ਪਰ ਜਿਹੜੇ ਡਿਗਰੀ ਹੋਲਡਰ ਸਾਡੇ ਕੋਲ ਸਬ ਇੰਸਪੈਕਟਰਸ ਹੈ ਉਹਨਾਂ ਨੂੰ ਕੰਸੀਡਰ ਕੀਤਾ ਜਾਂਦਾ ਹੈ ਕਿ ਇਹ ਨਹੀਂ ਕਰ ਸਕਦੇ, ਹਾਲਾਂਕਿ ਇਹ ਗਾਈਡਲਾਈਨਸ ਇਹੋ ਜਿਹਾ ਕੁਛ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਐਕਸਕਿਊਜ਼ ਉੱਥੇ ਇਹ ਹੁੰਦੇ ਆ ਕਿ ਇਹ ਵਿਭਾਗ ਤੋਂ ਡਿਊਟੀਆਂ ਲੱਗ ਕੇ ਜਾਂਦੀਆਂ ਤਾਂ ਇਹ ਇੱਥੇ ਇਹੀ ਕਰ ਸਕਦੇ ਆ, ਹਾਲਾਂਕਿ ਸਾਡੇ ਤੋਂ ਘੱਟ ਤਜਰਬੇਕਾਰ ਹੈ ਜਿਹੜੇ ਉਹ ਉੱਥੇ ਪਰਫਾਰਮ ਕਰ ਸਕਦੇ ਆ। ਇਹ ਸਿਰਫ ਦਬਾਉਣ ਲਈ ਕਲਾਸ ਨੂੰ ਕੀਤਾ ਜਾਂਦਾ, ਇਹ ਹੈਂਡਕਫਸ ਵਰਤੇ ਜਾਂਦੇ ਆ।